ਫਿਰਦਾ ਟੁਰਦਾ ਹੀ ਲੈਣਾ। बिस्मिल्लाहिर्रहमानिर्रहीम अस्सलाम वालेकुम दोस्तों, की हाल चाल जे ठीक ठाक हो। असी भाई बग्गे के कोल पहुंचे जनाब, तो भाई बग्गे ने एक नवी खबर सुना दी है। उन्हें कहा जनाब रानी खेत जी बीमारी है ना वो दोबारा वापस आ गई है। की वजह हुई है, किस वजह तो इस मौसम के क्यों आती है, वो भाई बग्गे को पूछ रहे हैं। भाई बग्गे दसो की वजह। दस भाई गल इस तरह की जी आ ना रानी खेत हाँ जी वो तो बीमारी अज तो पिछले महीने च आती रही आ, ठीक है। लेकिन हूं तो समा भादर ही मुक गया। हाँ 5-7 दिन रह गए, लेकिन वो बड़ी स्पीड विच ना रानी खेत फिर वापस आ गया वा। अच्छा उन्हें इन्नी की स्पीड च आ गए, हर गांव च हर पिंड में जाके देख लो गलियां च बीमारी आ गई आ। अच्छा ते बीमारी इस वास्ते कि जो मुंजियां निसन ते आंदियां जे झोना हुंदा ना 0-15 हाँ वो 1509 1509 ਜਿਹੜਾ ਹੁੰਦਾ ਉਹ ਪਹਿਲੇ ਜਿਹੜਾ ਸੀ ਨਾ ਉਹ ਘੱਟ ਇੱਧਰ ਲੱਗਦਾ ਰਿਹਾ ਤੇ ਬਿਮਾਰੀ ਬਹੁਤ ਘੱਟ ਆਉਂਦੀ। ਜਦੋਂ ਉਹ ਨਿਕਲਦਾ ਜ਼ਮੀਨ ਚ ਹਵਾ ਸ ਨਿਕਲਦੀ ਨਾ ਬਾਹਰ, ਉਹ ਬਿਮਾਰੀ ਵੀ ਜਦੋਂ ਫੈਲ ਜਾਂਦੀ ਹੈ ਨਾ। अच्छा ਉਹ ਜਿਹੜਾ ਰਾਣੀ ਖੇਤ ਬਿਮਾਰੀ ਸੀ ਨਾ हाँ ਉਹ ਬੜੀ ਸਪੀਡ ਵਿੱਚ ਨਾ ਫਿਰ ਵਾਪਸ ਆ ਗਈ ਆ। अच्छा ਉਹ ਜਦੋਂ ਅਗਲੇ ਇਲਾਕਿਆਂ ਦੇ ਵਿੱਚ ਆਪਣੇ ਗੁਜਰਾਂਵਾਲਾ ਅਗਲਾ ਸਾਈਡ ਝੋਨੇ ਆ ਗਏ ਨੇ ਕਈਆਂ ਚ, आगे ने आगे ने ਉਹ बिल्कुल ਜੇ ਝੋਨਾ ਆਇਆ ਨਾ ਤੇ ਉਹਦੇ ਨਾਲ ਜਿਹੜੇ ਉਹ ਤੋ ਹੁੰਦੇ ਆ ਸਰਾਰ, ਉਹ ਕਸਾਰ ਉਹ ਜਦੋਂ ਚੂਚੇ ਖਾਂਦੇ ਨੇ ਘਰਾਂ ਵਿੱਚ ਗਲੀਆਂ 'ਚ ਖਿਲਰ ਜਾਂਦੇ ਨੇ, ਘਰਾਂ 'ਚ ਵੀ ਤੇ ਦੋ ਚਾਚਾ ਮੁਰਗੀਆਂ ਲੋਕਾਂ ਰੱਖੀਆਂ ਹੁੰਦੀਆਂ, ਜਦੋਂ ਖਾਂਦੇ ਆ ਨਾ ਉਹ ਅੰਦਰ ਫੁੱਲ ਜਾਂਦੇ ਨੇ। ਉਹ ਕਿਉਂਕਿ ਬਾਈ ਤੇ ਹੁੰਦੇ ਨੇ ਅੱਗੇ, ठीक है। ਉਹਦੀ ਵਜ੍ਹਾ ਤੇ ਜਦੋਂ ਚੂਚੇ ਮਰਨੀਆਂ ਬਿਮਾਰੀ ਸ਼ੁਰੂ ਹੋ ਜਾਂਦੀਆਂ ਨਾ, ਜਦੋਂ ਖਾਂਦੇ ਨੇ ਵਹਿਣੀ ਦਾ ਪਾਣੀ ਪੀਂਦੇ ਆ ਤੇ ਵਹਿਣੀ ਦਾ ਪਾਣੀ ਵੀ ਅੱਗੇ ਬਾਈ ਹੁੰਦਾ ਵਾ। ठीक है। ਉਹ ਜੇ ਸਾਲ ਪੁਰਾਣੇ ਚੂਚੇ ਵੀ ਆ ਨਾ 8-9 ਮਹੀਨੇ ਦੇ, ਉਹ ਵੀ ਮਰਨਾ ਬਿਮਾਰੀ 'ਚ ਆ ਜਾਂਦੇ ਵਲੇਟ ਵਿੱਚ, ਜਾਂ ਝੋਨੇ ਤੋਂ ਬਚਾਏ ਜਾਣ ਤਾਂ ਤੁਹਾਨੂੰ ਕੁਛ ਵੀ ਨਹੀਂ ਹੁੰਦਾ। ठीक है। ਉਹ ਜਦੋਂ ਨਵੀਂ ਚੀਖ ਵੇਖਦੇ ਆ ਤਾਂ ਬਹੁਤ ਰੱਜ ਮਾਰ ਲੈਂਦੇ ਨੇ। ठीक है। ਉਹ ਜਦੋਂ ਅਸੀਂ ਚੁੱਕ ਕੇ ਫਿਰ ਬਾਹਰ ਸੁੱਟ ਦੇਣਾ, ਉਹ ਜਦੋਂ ਮੁਸ਼ਕ ਆ ਜਾਂਦੀ ਆ, ਕਈ ਤਾਂ ਕੁੱਤੇ ਬਿੱਲੀਆਂ ਖਾ ਜਾਂਦੇ ਨੇ, ਕਈ ਬਚ ਜਾਂਦੇ ਨੇ। ਉਹ ਜਦੋਂ ਹਵਾ ਪੈਂਦੀ ਹੈ ਤੇ ਜਦੋਂ ਹਵਾ ਇੱਥੋਂ ਲੈ ਕੇ 15-15 ਕਿਲੋਮੀਟਰ ਦੂਰ ਤੱਕ ਜਾਂਦੀ ਆ, ठीक है। ਉਧਰ ਵੀ ਤਾਂ ਬਿਮਾਰੀ ਦਾ ਮਸਲਾ ਬਣ ਜਾਂਦਾ। ਫਿਰ ਉਸ ਤੋਂ ਉਹ ਉੱਥੇ ਬਿਮਾਰ ਹੁੰਦੇ ਨੇ ਤੇ ਉਸ ਤੋਂ ਅੱਗੇ ਚੱਲ ਜਾਂਦੇ। ਇਹ ਹਿਸਾਬ ਵਾਰਸ ਬਾਕੀ ਨੇ ਕਰਾਚੀ ਚੱਲ ਕੇ ਪੱਕ ਐਵੇਂ ਆ ਜਾਂਦਾ ਪੰਜਾਬ ਦੇ ਵਿੱਚ। ठीक है। ਉਹੀ ਵਾਰਸ ਜਿਹੜਾ ਨਾ ਇਹ 4-5 ਦਿਨ ਤੋਂ ਚੱਲ ਪਿਆ ਵਾ। ਚੱਲ ਪਿਆ। ਠੀਕ ਹੈ। ਉਹ ਹੁਣ ਹਰ ਫਾਰਮ ਵਾਲੇ ਨੂੰ ਚਾਹੀਦਾ ਕਿ ਆਪਣੇ ਜਿਹੜਾ ਮਾਲ ਆ ਨਾ ਉਹਨੂੰ ਫੌਰਨ ਜਿਹੜੀ ਆ ਨਾ ਉਹ ਜਿਹੜੀ ਆ ਵੈਕਸੀਨ ਛੋਟਾ ਕਰੀ ਜਾਣ। ਅੱਛਾ। ਤੇ ਉਹਦੇ ਆਦਲੇ ਪਰਦੇ ਟਾਈਟ ਕਰਕੇ ਰੱਖਣ ਕਿ ਟਾਈਮ ਬੇ ਟਾਈਮ ਨਾਲ ਲਾਉਣ, ਸਾਰਾ ਉਹ ਹਿਫਾਜ਼ਤ ਕਰਨਾ, ਚੂਨਾ ਸੁੱਟਣ। ਠੀਕ ਹੈ। ਤਾਂ ਕਿ ਜਿਹੜਾ ਵਾਇਰਸ ਪਿੰਡਾਂ ਵਿੱਚ ਆਉਣਾ ਨਾ ਫਾਰਮ ਤੇ ਉਹ ਹਮਲਾ ਨਾ ਕਰੇ। ਠੀਕ ਹੈ। ਤੇ ਮਾਲ ਬਹੁਤ ਘੱਟ ਰੱਖੋ, ਇਸ ਵਾਸਤੇ ਕੰਟਰੋਲ ਕਰੋ ਮਾਲ ਨੂੰ। ਠੀਕ ਹੈ। ਤਾਂ ਕਿ ਜਿਹੜਾ ਫੇਰੀ ਵਾਹਨ ਆਂਦਾ ਵਾ ਉਹਨੂੰ ਮਾਲ ਦਵੋ, ਉਹਨੂੰ ਮਾਲ ਵੇਚੋ, ਇਸ ਵਾਸਤੇ ਕਿ ਜਿਹੜਾ ਕਿਸੇ ਦੇ ਢਿੱਡ 'ਚ ਪੈ ਜਾਏ ਜਾਂ ਜਿਹਦੇ ਪੈਸੇ ਚਾਰ ਵਰਤੇ ਜਾਣ ਉਹੀ ਚੰਗੇ। ਉਹੀ ਠੀਕ ਹੈ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਿਹਦੇ ਕੋਲ ਮਾਲ ਕੋ ਤਿਆਰ ਹੈ, ਜਿਸ ਕੈਟਾਗਰੀ ਦਾ ਵੀ, ਉਹ ਸੇਲ ਕਰਨਾ ਸ਼ੁਰੂ ਕਰ ਦੇ। ਹਾਂ ਉਹ ਸੇਲ ਕਰਨਾ, ਕਿਉਂ ਕਿ ਮੌਸਮ ਅੱਗੋਂ ਜੇ ਦੂਸਰੀ ਮੂੰਜੀ ਵੀ ਸਾਡੇ ਘਰਾਂ 'ਚ ਆਈ ਨਹੀਂ ਆ ਜਾਣੀ ਆ, ਤੇ ਇਸ ਵਾਸਤੇ ਉਸ ਤੋਂ ਪਹਿਲੇ ਜਿਹੜੀ ਤੁਸੀਂ ਆਪਾਂ ਲੱਖਾਂ ਰੁਪਈਆ ਲਾਏ ਆ ਨਾ ਕਰੋੜਾਂ, ਠੀਕ ਹੈ, ਉਹ ਸਮੇਤ ਲਓ। ਠੀਕ ਹੈ। ਇਸ ਵਾਸਤੇ ਕਿ ਜਦੋਂ ਮੂੰਜੀ ਮਾਂਜੀ ਆ ਕੇ ਖਤਮ ਹੋ ਜਾਏਗੀ, ਪਹਿਲੀਆਂ ਵਗ ਜਾਣਗੀਆਂ, ਫਿਰ ਜਿੰਨਾ ਮਰਜ਼ੀ ਮਾਲ ਪਾਇਓ। ਠੀਕ ਹੈ। ਫਿਰ ਜਿਹੜੀ ਤੁਹਾਡੇ ਕੋਲ ਮੂੰਜੀ ਆਣੀ ਆ ਨਾ ਉਹ ਵੀ ਕੰਟਰੋਲ 'ਚ ਹੋਈ ਨਹੀਂ ਆ, ਉਹ ਤੁਸੀਂ ਸਾਂਭ ਸੁੰਭ ਲੈਣੀ ਆ। ਠੀਕ ਹੈ। ਲੇਕਿਨ ਇਸ ਟਾਈਮ ਜਿਹੜਾ ਨਾ ਰਾਣੀ ਖੇਤ ਜਿਹੜਾ ਨਾ ਬੜੀ ਸਪੀਡ ਨਾਲ ਆ ਗਿਆ ਵਾ। ਠੀਕ ਹੈ। ਤੇ ਆਏ ਨੂੰ 4-5 ਦਿਨ ਹੀ ਹੋ ਗਏ ਨੇ। ਅੱਛਾ। ਅਸਕਰ ਮੈਂ ਲੱਗ ਕੇ ਪਿੰਡਾਂ ਵਿੱਚ ਹੀ ਵੇਖਿਆ ਵਾ। ਤੇ ਉਹ ਮੈਂ ਜਦੋਂ ਦੁਕਾਨਾਂ ਤੇ ਜਾਣਾ ਤੇ ਉਹ ਵੀ ਇਹ ਗੱਲ ਕਹਿੰਦੇ ਨੇ, ਯਾਰ ਇਹ ਮਸਲਾ ਚੂਚੇ ਬੜੇ ਆਣ ਡਿਆ ਪਏ ਨੇ ਵਿਕਣ ਵਾਸਤੇ ਤੇ ਸਿਰੇ ਪੀਲੇ ਹੋਏ ਦੇ ਨੇ। ਮੈਂ ਕਿਹਾ ਯਾਰ ਗੱਲ ਸੁਣੋ, ਉਹ ਨਾ ਲਿਓ ਜੀ, ਉਹਨਾਂ ਕੋਲ ਲੈਣਾ ਫਿਰ ਮੇਰੇ ਕੋਲ ਨਾ ਮਾਲ ਲਵੋ, ਮੈਂ ਤੇ ਕਿਤੇ ਹੋਰ ਸੇਲ ਕਰ ਲਵਾਂਗਾ। ਲੇਕਿਨ ਜੇ ਤੁਸੀਂ ਲੈ ਲਿਆ ਤੇ ਫਿਰ ਉਹਨੂੰ ਪਹਿਲੇ ਵੇਚ ਲਓ ਅੱਜ ਤੇ ਕੱਲ ਮੇਰੇ ਕੋਲ ਮਾਲ ਲੈ ਲਿਓ। ਠੀਕ ਹੈ। ਤੇ ਨਹੀਂ ਤੇ ਯਾਰ ਗੱਲ ਇਸ ਤਰ੍ਹਾਂ ਕਿ ਰਕਮ ਤੁਹਾਡੀ ਵੀ ਜਾਣੀ ਹੈ, ਮੇਰੀ ਵੀ, ਤਾਂ ਫਾਇਦਾ ਕੋਈ ਨਹੀਂ। ਠੀਕ ਹੈ। ਉਹ ਫਿਰ ਅਸਲ ਸਾਨੂੰ ਪਤਾ ਇੱਥੋਂ ਹੀ ਲੱਗਦਾ ਵਾ ਕਿ ਜਦੋਂ ਅਸੀਂ ਮਾਰਕੀਟ ਜਾਂਦੇ ਆ ਨਾ ਤੇ ਹਰ ਖੁੱਡੇ ਆਏ ਕੋਈ 5-5 10 ਚੂਚੇ ਪਏ ਨੇ, 3 ਡਿੱਗੇ ਨੇ ਤੇ 4 ਖਲੋਤੇ ਹੁੰਦੇ ਨੇ, ਉਹ ਵੀ ਡਿੱਗਣ ਦੇ ਚਾਂਸ ਹੋਏ ਹੁੰਦੇ ਨੇ। ਠੀਕ ਹੈ। ਠੀਕ ਹੈ। ਤੇ ਸਾਲ ਬਾਅਦ ਇਹ ਬਿਮਾਰੀ ਉਦੋਂ ਆਉਂਦੀ ਆ ਜਦੋਂ ਮੁੰਜੀ ਨਿਸਣ ਤੇ ਆ ਜਾਂਦੇ, ਨਸਾਰੇ ਤੇ ਆਉਂਦੀ ਆ। ਇੱਕ ਤੇ ਮੌਸਮ ਚੇਂਜ ਹੋ ਜਾਂਦਾ ਵਾ,
ਇਹ ਲੋ ਆਮ ਜਿਹਨੂੰ ਕਦੀ ਬੁਖਾਰ ਨਾ ਚੜਿਆ ਹੁੰਦਾ ਹਾਂ ਹਾਂ ਉਹ ਇਹ ਦਿਨਾਂ 'ਚ ਉਹਨੂੰ ਵੀ ਧੱਕੇ ਨਹੀਂ ਹੋ ਜਾਂਦਾ ਬੁਖਾਰ। ਠੀਕ ਹੈ। ਹੋ ਸਕਦਾ ਰਾਤ ਸਾਰੀ ਸਹੀ ਹੋ, ਦਿਨੇ ਉੱਠਦੇ ਬੁਖਾਰ ਚੜ ਜਾਏ, ਹੋ ਸਕਦਾ ਦਿਨੇ ਸਹੀ ਹੋ ਤੇ ਰਾਤ ਬੁਖਾਰ ਚ ਚੜ ਜਾਏ। ਤੁਹਾਡੇ ਕਹਿਣ ਦਾ ਮਕਸਦ ਹੈ ਵੀ ਕਿ ਜਿਹੜਾ ਲੋਕਾਂ ਕੋਲ ਮਾਲ ਤਿਆਰ ਹੋ ਚੁੱਕਿਆ ਆਪਣੇ ਦੋਸਤਾਂ ਨੂੰ ਸਿਰਫ ਅਸੀਂ ਇਹ ਦੱਸਣਾ ਚਾਹੁੰਦੇ ਕਿ ਰਾਣੀ ਖੇਤ ਬਿਮਾਰੀ ਆ ਗਈ ਆ ਹਾਂ ਆ ਗਈ ਤੇ ਉਸ ਨੂੰ ਤੁਸੀਂ ਇਸ ਤਰ੍ਹਾਂ ਕਰਨਾ ਕਿ ਪਹਿਲੇ ਨੰਬਰ ਤੇ ਤੁਸੀਂ ਲਸੋਟਾ ਵੈਕਸੀਨਾਂ ਮੁਸਲਸਲ ਕਰਦੇ ਰਹੋ। ਦੂਸਰੇ ਨੰਬਰ ਤੇ ਪਰਦੇ ਟਾਈਮ ਨਾਲ ਲਾਓ, ਟਾਈਮ ਨਾਲ ਜਨਾਬ ਚੁੱਕੋ ਤਾਂ ਉਹਨਾਂ ਨੂੰ। ਉਸ ਤੋਂ ਬਾਅਦ ਪਾਣੀ ਦਾ ਖਾਸ ਖਿਆਲ ਰੱਖੋ। ਤੀਸਰਾ ਜਨਾਬ ਹੈ ਕਿ ਲੋਕਾਂ ਨੂੰ ਕਿਸੇ ਨੂੰ ਐਰਾ ਵਗੈਰਾ ਕਿਸੇ ਲੋਕ ਨੂੰ ਆਪਣੇ ਸ਼ਹਿਰ ਦੇ ਲਾਗੇ ਨਹੀਂ ਆਉਂਦੇ ਨਾ, ਠੀਕ ਹੈ ਜੀ। ਕੋਈ ਚੀਜ਼ਾਂ ਬਿਮਾਰੀਆਂ ਚੂਨੇ ਦਾ ਇਸਤੇਮਾਲ ਕਰੋ, ਚੂਨਾ ਵਗੈਰਾ ਤੁਸੀਂ ਦਰਵਾਜ਼ੇ 'ਚ ਸ਼ਹਿਰ ਦੇ ਆਸੇ-ਪਾਸੇ ਖਿਲਾਰੋ। ਉਸ ਤੋਂ ਬਾਅਦ ਦੋਸਤੋ ਤੁਸੀਂ ਇਸ ਤਰ੍ਹਾਂ ਕਰੋ ਕਿ ਅਗਰ ਤੁਹਾਡਾ ਮਾਲ ਤਿਆਰ ਹੋ ਗਿਆ ਆ, ਅਗਰ ਤੁਹਾਡਾ ਮਾਲ ਅੱਧਾ ਕਿਲੋ ਵਾਲਾ ਹੋ ਗਿਆ ਤਾਂ ਵੀ ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਉਹਨੂੰ ਜੋ ਰੇਟ ਲੱਗਦਾ ਤੁਸੀਂ ਸੇਲ ਕਰ ਦਿਓ। ਅਗਰ ਤੁਹਾਡਾ ਕਿਲੋ ਵਾਲਾ ਹੋ ਗਿਆ ਤਾਂ ਫਿਰ ਵੀ ਜੋ ਰੇਟ ਲੱਗਦਾ ਤੁਸੀਂ ਸੇਲ ਕਰ ਦਿਓ। ਇਸ ਵਾਸਤੇ ਕਿ ਅਗਰ ਤੁਸੀਂ ਸੇਲ ਕਰ ਦੋਗੇ ਤੇ ਬਿਹਤਰ ਹੈ। ਐਸਾ ਨਾ ਹੋਵੇ ਕਿ ਅੱਲਾ ਨਾ ਕਰੇ ਕਿ ਕੋਈ ਮਸਲਾ ਮਸਾਇਲ ਬਣ ਜਾਏ ਤੇ ਫਿਰ ਜਨਾਬ ਤਿਆਰਸ਼ੁਦਾ ਮਾਲ ਫਿਰ ਬਾਅਦ ਚ ਅਸੀਂ ਕਹਾਂਗੇ ਕਿ ਯਾਰ ਅਸੀਂ ਵੇਚ ਛੱਡਦੇ ਚੰਗਾ ਸੀ। ਦੇਖੋ ਇਹ ਜਿਹੜੀ ਬਿਮਾਰੀ ਆ ਨਾ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਵਾ, ਬਹੁਤ ਔਖਾ ਵਾ। ਹਾਂਜੀ, ਕਿਉਂਕਿ ਰਾਣੀ ਖੇਤ ਇੱਕ ਇਹਨੂੰ ਐਂਡੀ ਬਿਮਾਰੀ ਕਿਹਾ ਜਾਂਦਾ ਵਾ, ਫਾਰਮ ਦਾ ਐਂਡ ਕਰ ਜਾਂਦੀ ਹੈ। ਠੀਕ ਹੈ। ਇੱਕ ਗੱਲ ਇਸ ਤਰ੍ਹਾਂ ਵਾ ਕਿ ਜਿਹਨੇ ਰਿਸਕ ਲੈਣਾ ਨਾ ਉਹ ਫੇਰ ਵੀ ਅੱਧਾ ਕੁ ਮਾਲ ਸੇਲ ਕਰ ਲੇ, ਠੀਕ ਹੈ, ਅੱਧੇ ਮਾਲ ਤੇ ਆਪਣਾ ਰਿਸਕ ਲੈ ਕੇ ਵੇਖ ਲੈਣੇ। ਠੀਕ ਹੈ। ਅਸੀਂ ਕਹਿੰਦੇ ਆ ਕਿ ਅੱਗੋਂ ਸਾਨੂੰ ਵੀ ਪਤਾ ਕਿ ਰੇਟ ਚੰਗਾ ਲੱਗਣਾ ਮਾਲ ਦਾ, ਲੇਕਿਨ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਇਹ ਹਮਲਾ ਆਇਆ ਨਾ, ਕਿਉਂਕਿ ਇਹ ਹਮਲਾ ਬਹੁਤ ਭੈੜਾ ਵਾ। ਹਾਂ, ਇਹ ਅਗਰ ਆਇਆ ਤੇ ਮਸਲਾ ਬਣੇਗਾ। ਆਹੋ, ਤੇ ਇਹ ਮਸਲਾ ਆ ਚੁੱਕਾ ਦਾ ਵਾ ਹਰ ਜਗ੍ਹਾ ਤੇ। ਅਗਲੇ ਇਲਾਕਿਆਂ ਵਿੱਚ ਮੈਂ ਰਾਤੀ ਵੀ ਪਤਾ ਕੀਤਾ, ਸਾਹੀਵਾਲ, ਕਾੜਾ, ਫੈਸਲਾਬਾਦ, ਉਹਨੇ ਕਿਹਾ ਮਸਲੇ ਨੂੰ ਤਾਂ 5-7 ਦਿਨ ਹੋ ਗਿਆ ਆਏ ਨੂੰ। ਠੀਕ ਹੈ। ਕਈਆਂ ਇਲਾਕੇ ਤਾਂ 15-15 ਦਿਨ ਹੋ ਗਏ ਆਏ ਨੂੰ। ਠੀਕ ਹੈ। ਮੈਂ ਕਿਹਾ ਸ਼ਾਹ ਜੀ ਉਹ ਮਸਲਾ ਕੋ ਕੀ ਗੱਲ ਹੈ? ਕਹਿੰਦੇ ਯਾਰ ਉਧਰ ਝੋਨੇ ਪਹਿਲੇ ਆ ਗਿਆ ਨਾ, ਉਧਰੋਂ ਮਸਲਾ ਸ਼ੁਰੂ ਹੋ ਗਿਆ ਤੇ ਤੁਹਾਡੇ ਨੂੰ ਆ ਗਿਆ। ਠੀਕ ਹੈ। ਮੈਂ ਕਿਹਾ ਸਾਡੇ ਤਾਂ ਹੀ ਐਸਾ ਨਹੀਂ ਮਸਲਾ, ਸਾਡੇ ਅੰਦਰ ਝੋਨੇ ਨਿਸਰਦੇ ਨਹੀਂ ਨਾ ਪਏ ਤੇ ਫੇਰ ਹੀ ਮੈਂ ਇੱਕ ਪਿੰਡ ਚ ਪਤਾ ਕੀਤਾ ਵਾ ਤੇ ਉਹਨੇ ਇਹੋ ਦੱਸਿਆ। ਫਿਰ ਅੱਗੋਂ ਜਦੋਂ ਕੱਲ ਦੁਕਾਨਦਾਰ ਹਰ ਬੰਦੇ ਨੂੰ ਦੱਸਣ ਡਿਆ ਪਿਆ ਨਾ, ਮੈਂ ਹਿਸਾਬ ਲੈ ਕੇ ਕੰਮ ਸ਼ੁਰੂ ਹੋ ਗਿਆ। ਠੀਕ ਹੋ ਗਿਆ, ਬਿਲਕੁਲ ਠੀਕ। ਤੇ ਮੈਂ ਕਿਉਂ ਨਾ ਆਪਣੇ ਭੈਣ ਭਰਾ ਜਿਹੜੇ ਨਾ ਭਰਾ ਦੋਸਤ ਯਾਰ ਉਹਨਾਂ ਨੂੰ ਅਗਾਹ ਕਰ ਦਈਏ, ਉਹਨਾਂ ਨੂੰ ਦੱਸ ਦਈਏ ਅਗਾਹ ਕਰ ਦਈਏ ਜਿਹੜੀ ਬਿਮਾਰੀਆਂ ਆਣੀ ਸ਼ੁਰੂ ਹੋ ਗਈਆਂ, ਆਪਣਾ ਆਪ ਕੱਸ ਕੇ ਰੱਖੋ। ਇਸ ਵਾਸਤੇ ਕਿ ਪਰਹੇਜ਼ ਰੱਖੋ ਜਿੰਨਾ ਤੁਸੀਂ ਪਰਹੇਜ਼ ਕਰ ਸਕਦੇ। ਇਹਦਾ ਸਿਰਫ ਪਰਹੇਜ਼ ਹੈਗਾ ਜੀ। ਗਲੀ ਮਹੱਲੇ ਦਾ ਯਾਰ ਤੁਹਾਨੂੰ ਲੱਗੀ ਯਾਰ ਦੋਸਤ ਦਾ ਫਾਰਮ ਤੋਂ ਬਾਹਰ ਆ, ਉੱਥੋਂ ਪਰਹੇਜ਼ ਕਰੋ ਬਸ। 10 ਦਿਨ ਇਸ ਵਾਸਤੇ ਉਹਦੇ ਘਰ ਚ ਮੁੰਜੀ ਆ ਗਈ ਆ। ਬਸ ਇਹਦਾ ਕੰਟਰੋਲ ਸਿਰਫ ਇਹੋ ਹੀ ਆ ਕਿ ਪਰਹੇਜ਼ ਕੀਤਾ ਜਾਵੇ। ਲਸੋਟਾ ਵੈਕਸੀਨ ਜਿਹੜੀ ਆ ਉਹ ਵਕਫੇ ਨਾਲ ਕਰਦੇ ਰਹਿਣ। ਅਗਰ ਲਸੋਟਾ ਕਰ ਦਿਓ ਤਾਂ ਉਹਨੂੰ 15 ਦਿਨ ਬਿਮਾਰੀ ਨਹੀਂ ਆਉਂਦੀ ਤੇ 15 ਦਿਨ ਤੋਂ ਫੇਰ ਕਰ ਦੋ। ਮਹੀਨੇ ਬਾਅਦ ਕਰੀਦਾ ਸੀ, ਮਹੀਨੇ ਵਿੱਚ 2 ਦਫਾ ਲਾਜ਼ਮੀ ਕਰੋ। ਇਸ ਵਾਸਤੇ ਕਿ ਤੁਹਾਨੂੰ ਸਪੈਸ਼ਲ ਅਗਾਹ ਤਾਂ ਕੀਤਾ ਟਾਈਮ ਨਾਲ ਹੀ ਕਿ ਟਾਈਮ ਨਾਲ ਕਿ ਤੁਸੀਂ ਆਪਣਾ ਕੰਟਰੋਲ ਕਰ ਦੋ। ਤੁਹਾਨੂੰ ਜਿਹਦਾ ਮਾਲ ਵਿਕਦਾ ਪਿਆ ਵਾ ਉਹ ਸੇਲ ਕਰ ਦਿਓ, ਉਹ ਵੇਚਦੇ, ਕੋਈ ਐਸੀ ਗੱਲ ਨਹੀਂ ਹੈਗੀ। ਅੱਗੋਂ ਫੇਰ ਪਾ ਲਓ। ਤੇ ਲੇਕਿਨ ਅੱਗੋਂ ਜਦੋਂ ਫੇਰ ਤੋਂ ਤਿਆਰ ਹੋਣਾ ਵਾ ਤੇ ਉਦੋਂ ਹਰ ਚੀਜ਼ ਖਤਮ ਹੋਈ ਨਹੀਂ। ਰਾਣੀ ਖੇਤ ਹਰ ਚੀਜ਼ ਖਤਮ ਹੋਈ। ਨਵੇਂ ਮਾਲ ਨੂੰ ਜੇ ਨਾ ਉਹ ਰਾਣੀ ਖੇਤ ਨਹੀਂ ਪੈਂਦਾ ਪਿਆ, ਉਹ ਮਾਲ ਨੂੰ 1.5 ਮਹੀਨੇ ਤੋਂ 40 ਦਿਨ ਤੋਂ ਉੱਤੇ ਪੈਣ ਡਿਆ। ਠੀਕ ਹੈ। ਤੇ ਜਾਂ ਵੱਡਾ 1.5-2 ਕਿਲੋ ਦੇ ਮੁਰਗੇ ਨੂੰ ਪੈਣ ਡਿਆ। ਬਿਲਕੁਲ ਸਹੀ ਹੈ। ਬੱਚੇ ਤੇ ਹਮਲਾ ਨਹੀਂ ਕਰਦਾ ਕਿਉਂਕਿ ਬੱਚੇ ਦੀ ਯਾਰ ਅਸੀਂ ਆਪਣੇ ਬੜੇ ਤੇਜ਼ ਤਾਂ ਕਿ ਬੱਚੇ ਨੂੰ ਮੁੜ ਤੋਂ ਵੈਕਸੀਨਾਂ ਲੱਗਦੀਆਂ ਰਹਿੰਦੀਆਂ ਨੇ। 5 ਦਿਨ ਤੋਂ ਬਾਅਦ ਬੱਚੇ ਨੂੰ ਵੈਕਸੀਨਾਂ ਲੱਗਦੀਆਂ ਰਹਿੰਦੀਆਂ ਨੇ। ਠੀਕ ਹੈ ਜੀ ਭਾਈ ਬਗਾ ਜੀ, ਬਸ ਇਹਦੀ ਇਹਤਿਆਤ ਹੀ ਹੈ ਜਿੰਨੀ ਹੋ ਸਕੇ ਇਸ ਬਿਮਾਰੀ ਦੀ। ਠੀਕ ਹੈ ਜੀ ਦੋਸਤੋ, ਤੁਸੀਂ ਬਸ ਤੁਹਾਨੂੰ ਜਿਸ ਤਰੀਕੇ ਨਾਲ ਦੱਸਿਆ ਭਾਈ ਬਗੇ ਨੇ ਇਹਤਿਆਤ ਕਰਨੀ, ਇਸ ਤਰੀਕੇ ਨਾਲ ਤੁਸੀਂ ਜਨਾਬ ਕਰੋਗੇ ਤੇ ਅੱਲਾਹ ਖੈਰ ਕਰੇ, ਤੁਸੀਂ ਇਸ ਬਿਮਾਰੀ ਤੋਂ ਬਚੇ ਰਹੋਗੇ। ਤੇ ਕਿਸ ਤਰ੍ਹਾਂ ਲੱਗੀ ਜੀ ਵੀਡੀਓ ਅਗਰ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸੇ ਨਾਲ ਇਜਾਜ਼ਤ ਚਾਹਾਂਗੇ। ਅੱਲਾਹ ਹਾਫਿਜ਼।